ਸਤਿ ਸ੍ਰੀ ਅਕਾਲ। ਮੈਂ ਹਾਂ ਗਗਨ ਅਰੋੜਾ ਤੇ ਆਪਾਂ ਸਾਰੇ ਦੇਖ ਰਹੇ ਹਾਂ ਭਾਰਤ ਦੇ ਪ੍ਰਤੀਕਾਂ ਦੀ ਕਹਾਣੀ। ਜੇ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੇ ਤੇ ਇਸ ਨੂੰ ਲਾਈਕ, ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ। ਸੋਚੋ, ਕੋਈ ਦੇਸ਼ ਆਪਣੀ ਕਹਾਣੀ ਸ਼ਬਦਾਂ ਤੋਂ ਬਿਨਾਂ ਕਿਵੇਂ ਦੱਸ ਸਕਦਾ ਹੈ? ਖੈਰ, ਭਾਰਤ ਇਹ ਕੰਮ ਆਪਣੇ ਪ੍ਰਤੀਕਾਂ ਰਾਹੀਂ ਕਰਦਾ ਹੈ। ਅੱਜ ਆਪਾਂ ਇਹਨਾਂ ਪ੍ਰਤੀਕਾਂ ਦੇ ਪਿੱਛੇ ਦੀ ਕਹਾਣੀ ਨੂੰ ਸਮਝਾਂਗੇ। ਇਹ ਸਿਰਫ ਤਸਵੀਰਾਂ ਨਹੀਂ ਹਨ, ਬਲਕਿ ਇਹ ਦੇਸ਼ ਦੀ ਆਤਮਾ, ਇਸ ਦੀਆਂ ਕਦਰਾਂ-ਕੀਮਤਾਂ ਅਤੇ ਇਸ ਦੀ ਵਿਰਾਸਤ ਨੂੰ ਦਰਸਾਉਂਦੇ ਹਨ। ਸੋਚਣ ਵਾਲੀ ਗੱਲ ਹੈ ਨਾ? ਪਰ ਇਸ ਦਾ ਜਵਾਬ ਸਾਡੇ ਆਲੇ-ਦੁਆਲੇ ਹੀ ਮੌਜੂਦ ਹੈ। ਝੰਡਿਆਂ ਵਿੱਚ, ਜਾਨਵਰਾਂ ਵਿੱਚ ਤੇ ਗੀਤਾਂ ਦੀਆਂ ਧੁਨਾਂ ਵਿੱਚ। ਇਹ ਉਹ ਚੁੱਪਚਾਪ ਗਵਾਹ ਨੇ ਜੋ ਇੱਕ ਰਾਸ਼ਟਰ ਦੇ ਦਿਲ ਦੀ ਗੱਲ ਬਿਆਨ ਕਰਦੇ ਹਨ। ਚਲੋ ਫਿਰ ਇਸ ਕਹਾਣੀ ਵਿੱਚ ਹੋਰ ਡੂੰਘਾਈ ਨਾਲ ਉਤਰੀਏ। ਤਾਂ ਆਪਣੀ ਕਹਾਣੀ ਸ਼ੁਰੂ ਹੁੰਦੀ ਹੈ ਇੱਕ ਨਵੇਂ ਰਾਸ਼ਟਰ ਦੇ ਜਨਮ ਨਾਲ। ਇਹ ਉਹ ਪ੍ਰਤੀਕ ਨੇ ਜਿਨ੍ਹਾਂ ਨੇ ਭਾਰਤੀ ਗਣਰਾਜ ਦੀ ਨੀਂਹ ਰੱਖੀ ਸੀ। ਸਦੀਆਂ ਦੀ ਗੁਲਾਮੀ ਤੋਂ ਬਾਅਦ ਇੱਕ ਨਵੀਂ ਪਹਿਚਾਨ ਘੜੀ ਤੇ ਦੁਨੀਆ ਦੇ ਸਾਹਮਣੇ ਪੇਸ਼ ਕੀਤੀ। ਜ਼ਰਾ ਇਸ ਟਾਈਮਲਾਈਨ ਤੇ ਗੌਰ ਕਰੋ। ਆਜ਼ਾਦੀ ਤੋਂ ਤੁਰੰਤ ਬਾਅਦ, ਮਤਲਬ ਸਿਰਫ 3 ਸਾਲਾਂ ਦੇ ਅੰਦਰ ਭਾਰਤ ਨੇ ਆਪਣੇ ਬਹੁਤ ਸਾਰੇ ਮੁੱਖ ਪ੍ਰਤੀਕਾਂ ਨੂੰ ਸਥਾਪਿਤ ਕਰ ਲਿਆ ਸੀ। ਇਹ ਕੋਈ ਇਤਫਾਕ ਨਹੀਂ ਸੀ। ਇਹ ਦਰਸਾਉਂਦਾ ਹੈ ਕਿ ਇੱਕ ਨਵੇਂ ਰਾਸ਼ਟਰ ਲਈ ਇੱਕ ਸਾਂਝੀ, ਇਕਜੁੱਟ ਪਛਾਣ ਬਣਾਉਣ ਦੀ ਕਿੰਨੀ ਜ਼ਿਆਦਾ ਲੋੜ ਸੀ, ਜੋ ਆਪਣੀਆਂ ਜੜ੍ਹਾਂ ਨੂੰ ਮੁੜ ਤੋਂ ਖੋਜ ਰਿਹਾ ਸੀ। ਦੇਖੋ, ਤਿਰੰਗਾ ਤਾਂ ਆਜ਼ਾਦੀ ਦੀ ਲੜਾਈ ਦਾ ਹੀ ਪ੍ਰਤੀਕ ਬਣ ਗਿਆ ਸੀ, ਜਿਸ ਨੂੰ ਆਜ਼ਾਦੀ ਮਿਲਣ ਤੋਂ ਕੁਝ ਹਫ਼ਤੇ ਪਹਿਲਾਂ ਹੀ ਅਪਣਾ ਲਿਆ ਗਿਆ, ਜਦਕਿ ਰਾਸ਼ਟਰੀ ਚਿੰਨ੍ਹ, ਗੀਤ ਤੇ ਸੌਂਗ ਗਣਤੰਤਰ ਦੀ ਸਥਾਪਨਾ ਨਾਲ ਜੁੜੇ ਹੋਏ ਨੇ। ਤੇ ਇਹ ਕਿੰਨੀ ਦਿਲਚਸਪ ਗੱਲ ਹੈ ਕਿ ਜਨ ਗਣ ਮਨ ਤੇ ਵੰਦੇ ਮਾਤਰਮ ਦੋਵਾਂ ਨੂੰ ਇੱਕੋ ਹੀ ਦਿਨ, ਯਾਨੀ 24 ਜਨਵਰੀ 1950 ਨੂੰ ਬਰਾਬਰ ਦਾ ਦਰਜਾ ਦਿੱਤਾ ਗਿਆ। ਇਹ ਆਜ਼ਾਦੀ ਸੰਗਰਾਮ ਦੇ ਦੋਵਾਂ ਪਹਿਲੂਆਂ ਨੂੰ ਸਨਮਾਨ ਦੇਣ ਦਾ ਇੱਕ ਤਰੀਕਾ ਸੀ। ਤੇ ਫਿਰ 1957 ਵਿੱਚ ਸਾਕਾ ਕੈਲੰਡਰ ਨੂੰ ਅਪਣਾਇਆ ਗਿਆ। ਹੁਣ ਗੱਲ ਸਿਰਫ ਤਾਰੀਖਾਂ ਬਦਲਣ ਦੀ ਨਹੀਂ ਸੀ। ਇਹ ਤਾਂ ਭਾਰਤ ਦੀ ਪ੍ਰਾਚੀਨ ਖਗੋਲ ਵਿਗਿਆਨਕ ਵਿਰਾਸਤ ਨੂੰ ਮੁੜ ਸੁਰਜੀਤ ਕਰਨ ਤੇ ਗ੍ਰੈਗੋਰੀਅਨ ਕੈਲੰਡਰ ਦੇ ਨਾਲ-ਨਾਲ ਇੱਕ ਸਵਦੇਸ਼ੀ ਪਹਿਚਾਨ ਸਥਾਪਿਤ ਕਰਨ ਦਾ ਇੱਕ ਬਹੁਤ ਹੀ ਸ਼ਕਤੀਸ਼ਾਲੀ ਤਰੀਕਾ ਸੀ। ਪਰ ਇੱਕ ਰਾਸ਼ਟਰ ਸਿਰਫ ਕਾਨੂੰਨਾਂ ਤੇ ਸਰਕਾਰਾਂ ਦਾ ਹੀ ਤਾਂ ਨਹੀਂ ਬਣਿਆ ਹੁੰਦਾ। ਇਸ ਦੀ ਇੱਕ ਆਤਮਾ ਵੀ ਹੁੰਦੀ ਹੈ, ਜੋ ਇਸ ਦੀ ਧਰਤੀ, ਇਸ ਦੇ ਜੰਗਲਾਂ ਤੇ ਇਸ ਦੇ ਜੀਵਾਂ ਵਿੱਚ ਵਸਦੀ ਹੈ। ਇਸ ਲਈ ਹੁਣ ਵਾਰੀ ਸੀ ਭਾਰਤ ਦੇ ਅਮੀਰ ਕੁਦਰਤੀ ਸੰਸਾਰ ਵਿੱਚੋਂ ਕੁਝ ਖਾਸ ਪ੍ਰਤੀਕ ਚੁਣਨ ਦੀ। ਇਸ ਹਿੱਸੇ ਵਿੱਚ ਆਪਾਂ ਜੰਗਲ ਦੇ ਉਹਨਾਂ ਪ੍ਰਤੀਕਾਂ ਦੀ ਗੱਲ ਕਰਾਂਗੇ, ਉਹ ਜੀਵ-ਜੰਤੂ ਅਤੇ ਬਨਸਪਤੀ ਜਿਨ੍ਹਾਂ ਨੂੰ ਦੇਸ਼ ਦੀ ਬੇਮਿਸਾਲ ਕੁਦਰਤੀ ਵਿਰਾਸਤ ਦੀ ਨੁਮਾਇੰਦਗੀ ਕਰਨ ਲਈ ਚੁਣਿਆ ਗਿਆ। ਇਸ ਨੂੰ ਸਿਰਫ ਇੱਕ ਲਿਸਟ ਨਾ ਸਮਝੋ, ਇਹ ਤਾਂ ਭਾਰਤ ਦੀ ਕੁਦਰਤੀ ਵਿਭਿੰਨਤਾ ਦੀ ਇੱਕ ਕਵਿਤਾ ਹੈ। ਸ਼ਕਤੀਸ਼ਾਲੀ ਟਾਈਗਰ ਦੀ ਦਹਾੜ ਤੋਂ ਲੈ ਕੇ ਸ਼ਾਨਦਾਰ ਮੋਰ ਦੇ ਨਾਚ ਤੱਕ, ਹਰ ਇੱਕ ਪ੍ਰਤੀਕ ਦੇਸ਼ ਦੀ ਕਹਾਣੀ ਦਾ ਇੱਕ ਵੱਖਰਾ ਹੀ ਅਧਿਆਇ ਬਿਆਨ ਕਰਦਾ ਹੈ। 1973 ਵਿੱਚ ਜਦੋਂ ਪ੍ਰੋਜੈਕਟ ਟਾਈਗਰ ਸ਼ੁਰੂ ਹੋਇਆ ਤਾਂ ਰਾਇਲ ਬੰਗਾਲ ਟਾਈਗਰ ਸਿਰਫ ਇੱਕ ਜਾਨਵਰ ਨਹੀਂ ਰਿਹਾ, ਇਹ ਇੱਕ ਰਾਸ਼ਟਰੀ ਪ੍ਰਣ ਬਣ ਗਿਆ। ਇਹ ਦੁਨੀਆ ਨੂੰ ਇੱਕ ਬਹੁਤ ਵੱਡਾ ਸੁਨੇਹਾ ਸੀ ਕਿ ਭਾਰਤ ਆਪਣੀ ਸਭ ਤੋਂ ਕੀਮਤੀ ਅਤੇ ਖਤਰੇ ਵਿੱਚ ਪਈ ਵਿਰਾਸਤ ਨੂੰ ਬਚਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਇਸ ਤੋਂ ਇੱਕ ਦਹਾਕਾ ਪਹਿਲਾਂ 1963 ਵਿੱਚ ਭਾਰਤੀ ਮੋਰ ਨੂੰ ਰਾਸ਼ਟਰੀ ਪੰਛੀ ਚੁਣਿਆ ਗਿਆ। ਇਸ ਦੇ ਰੰਗੀਨ ਖੰਭਾਂ ਤੇ ਸ਼ਾਹੀ ਅੰਦਾਜ਼ ਨਾਲ ਇਹ ਕਿਰਪਾ, ਸੁੰਦਰਤਾ ਤੇ ਭਾਰਤੀ ਕਲਾ ਅਤੇ ਸੱਭਿਆਚਾਰ ਦੀ ਅਮੀਰੀ ਦਾ ਇੱਕ ਜਿਉਂਦਾ ਜਾਗਦਾ ਪ੍ਰਤੀਕ ਹੈ। 1970 ਦੇ ਦਹਾਕੇ ਵਿੱਚ ਕਿੰਗ ਕੋਬਰਾ, ਜੋ ਡਰ ਤੇ ਸਤਿਕਾਰ ਦੋਵੇਂ ਹੀ ਪੈਦਾ ਕਰਦਾ ਹੈ, ਨੂੰ ਰਾਸ਼ਟਰੀ ਸੱਪ ਦਾ ਦਰਜਾ ਮਿਲਿਆ। ਇਹ ਸ਼ਕਤੀ, ਰਹੱਸ ਅਤੇ ਭਾਰਤੀ ਮਿਥਿਹਾਸ ਦੀਆਂ ਉਹਨਾਂ ਡੂੰਘੀਆਂ ਜੜ੍ਹਾਂ ਦਾ ਪ੍ਰਤੀਕ ਹੈ ਜੋ ਅੱਜ ਵੀ ਸਾਡੀ ਸੰਸਕ੍ਰਿਤੀ ਦਾ ਇੱਕ ਵੱਡਾ ਹਿੱਸਾ ਹਨ। 1950 ਵਿੱਚ ਭਾਰਤ ਨੇ 2 ਅਜਿਹੇ ਪ੍ਰਤੀਕ ਚੁਣੇ ਜੋ ਸੱਚਮੁੱਚ ਇਸ ਦੀ ਆਤਮਾ ਨੂੰ ਦਰਸਾਉਂਦੇ ਨੇ। ਇੱਕ ਪਾਸੇ ਹੈ ਬਰਗਦ ਦਾ ਰੁੱਖ, ਆਪਣੀਆਂ ਫੈਲੀਆਂ ਹੋਈਆਂ ਜੜ੍ਹਾਂ ਨਾਲ, ਜੋ ਅਮਰਤਾ ਅਤੇ ਏਕਤਾ ਦਾ ਪ੍ਰਤੀਕ ਹੈ, ਤੇ ਦੂਜੇ ਪਾਸੇ ਹੈ ਕਮਲ ਦਾ ਫੁੱਲ, ਜੋ ਚਿੱਕੜ ਵਿੱਚੋਂ ਉੱਗ ਕੇ ਵੀ ਖਿੜਦਾ ਹੈ ਤੇ ਸ਼ੁੱਧਤਾ, ਗਿਆਨ ਅਤੇ ਅਧਿਆਤਮਿਕਤਾ ਦਾ ਸਭ ਤੋਂ ਉੱਤਮ ਨਮੂਨਾ ਹੈ। ਤੇ ਹਾਂ, 1950 ਵਿੱਚ ਹੀ ਫਲਾਂ ਦੇ ਰਾਜੇ ਅੰਬ ਨੂੰ ਵੀ ਰਾਸ਼ਟਰੀ ਫਲ ਚੁਣਿਆ ਗਿਆ। ਇਸ ਦਾ ਸਵਾਦ ਗਰਮੀਆਂ ਦੀਆਂ ਛੁੱਟੀਆਂ, ਖੁਸ਼ੀ ਅਤੇ ਭਾਰਤ ਦੀ ਧਰਤੀ ਦੀ ਮਿਠਾਸ ਤੇ ਖੁਸ਼ਹਾਲੀ ਦੀ ਯਾਦ ਦਿਵਾਉਂਦਾ ਹੈ। ਪਰ ਰਾਸ਼ਟਰੀ ਪਹਿਚਾਨ ਕੋਈ ਅਜਾਇਬਘਰ ਦੀ ਚੀਜ਼ ਤਾਂ ਹੈ ਨਹੀਂ। ਇਹ ਤਾਂ ਇੱਕ ਜਿਉਂਦੀ ਜਾਗਦੀ ਚੀਜ਼ ਹੈ ਜੋ ਸਮੇਂ ਦੇ ਨਾਲ ਬਦਲਦੀ ਹੈ, ਨਵੀਆਂ ਕਦਰਾਂ-ਕੀਮਤਾਂ ਨੂੰ ਅਪਣਾਉਂਦੀ ਹੈ। ਹੁਣ ਆਪਾਂ ਉਹਨਾਂ ਆਧੁਨਿਕ ਪ੍ਰਤੀਕਾਂ ਤੇ ਨਜ਼ਰ ਮਾਰਾਂਗੇ ਜੋ ਇੱਕ ਬਦਲਦੇ ਹੋਏ ਭਾਰਤ ਦੀ ਕਹਾਣੀ ਦੱਸਦੇ ਹਨ। 21ਵੀਂ ਸਦੀ ਵਿੱਚ ਭਾਰਤ ਨੇ ਆਪਣੇ ਪ੍ਰਤੀਕਾਂ ਵਿੱਚ ਇੱਕ ਨਵਾਂ ਅਧਿਆਇ ਜੋੜਿਆ ਜੋ ਵਾਤਾਵਰਣ ਨਾਲ ਜੁੜਿਆ ਹੋਇਆ ਸੀ। 2008 ਵਿੱਚ ਪਵਿੱਤਰ ਗੰਗਾ ਨੂੰ ਰਾਸ਼ਟਰੀ ਨਦੀ ਘੋਸ਼ਿਤ ਕੀਤਾ ਗਿਆ।
ਫਿਰ 2009 ਵਿੱਚ ਇਸ ਵਿੱਚ ਰਹਿਣ ਵਾਲੀ ਦੁਰਲੱਭ ਡਾਲਫਿਨ ਨੂੰ ਰਾਸ਼ਟਰੀ ਜਲ ਜੀਵ ਦਾ ਦਰਜਾ ਮਿਲਿਆ ਤੇ 2010 ਵਿੱਚ ਸ਼ਾਨਦਾਰ ਭਾਰਤੀ ਹਾਥੀ ਨੂੰ ਰਾਸ਼ਟਰੀ ਵਿਰਾਸਤੀ ਜਾਨਵਰ ਵਜੋਂ ਮਾਨਤਾ ਮਿਲੀ। ਤਾਂ ਇਹ ਸਿਰਫ 3 ਨਾਂ ਨਹੀਂ ਹਨ, ਬਲਕਿ ਵਾਤਾਵਰਣ ਤੇ ਵਿਰਾਸਤ ਦੀ ਸੁਰੱਖਿਆ ਪ੍ਰਤੀ ਭਾਰਤ ਦੀ ਵੱਧਦੀ ਵਚਨਬੱਧਤਾ ਦਾ ਇੱਕ ਸਪਸ਼ਟ ਸਬੂਤ ਹਨ। ਹੁਣ ਵਧਦੇ ਹਾਂ ਇੱਕ ਅਜਿਹੇ ਪ੍ਰਤੀਕ ਵੱਲ ਜਿਸ ਬਾਰੇ ਇੱਕ ਬਹੁਤ ਵੱਡੀ ਗਲਤਫਹਿਮੀ ਹੈ। ਹਰ ਕਿਸੇ ਨੂੰ ਲੱਗਦਾ ਹੈ ਕਿ ਉਹ ਇਸ ਦਾ ਜਵਾਬ ਜਾਣਦੇ ਨੇ ਜਾਂ ਘੱਟੋ-ਘੱਟ ਉਹ ਇਹੀ ਸੋਚਦੇ ਨੇ। ਹਾਂਜੀ, ਹਾਕੀ। ਦਹਾਕਿਆਂ ਤੋਂ ਇਸ ਨੂੰ ਹੀ ਭਾਰਤ ਦੀ ਰਾਸ਼ਟਰੀ ਖੇਡ ਮੰਨਿਆ ਜਾਂਦਾ ਰਿਹਾ ਹੈ। ਆਖਿਰਕਾਰ ਇਸ ਖੇਡ ਨੇ ਦੇਸ਼ ਨੂੰ ਓਲੰਪਿਕਸ ਵਿੱਚ ਕਿੰਨੇ ਹੀ ਸੁਨਹਿਰੀ ਤੇ ਗੌਰਵਮਈ ਪਲ ਜੋ ਦਿੱਤੇ ਹਨ। ਪਰ ਅਸਲੀ ਕਹਾਣੀ ਕੁਝ ਹੋਰ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਸਰਕਾਰੀ ਤੌਰ ਤੇ ਹਾਕੀ ਨੂੰ ਕਦੇ ਵੀ ਰਾਸ਼ਟਰੀ ਖੇਡ ਘੋਸ਼ਿਤ ਹੀ ਨਹੀਂ ਕੀਤਾ ਗਿਆ। ਇਸ ਦਾ ਦਰਜਾ ਪੂਰੀ ਤਰ੍ਹਾਂ ਗੈਰ ਸਰਕਾਰੀ ਅਤੇ ਪਰੰਪਰਾ ਤੇ ਆਧਾਰਿਤ ਹੈ। ਜੀ ਹਾਂ, ਬਿਲਕੁਲ ਸਹੀ ਸੁਣਿਆ। ਭਾਰਤ ਦੀ ਕੋਈ ਵੀ ਅਧਿਕਾਰਿਤ ਰਾਸ਼ਟਰੀ ਖੇਡ ਨਹੀਂ ਹੈ। ਇਹ ਇਸ ਗੱਲ ਦਾ ਸਭ ਤੋਂ ਵੱਡਾ ਸਬੂਤ ਹੈ ਕਿ ਕਈ ਵਾਰ ਲੋਕਾਂ ਦੇ ਦਿਲਾਂ ਵਿੱਚ ਵਸੀ ਹੋਈ ਪਰੰਪਰਾ ਕਾਗਜ਼ ਤੇ ਲਿਖੇ ਕਾਨੂੰਨਾਂ ਤੋਂ ਕਿਤੇ ਵੱਧ ਸ਼ਕਤੀਸ਼ਾਲੀ ਹੁੰਦੀ ਹੈ। ਤਾਂ ਅੱਜ ਆਪਾਂ ਕੀ ਸਿੱਖਿਆ? ਇਹ ਪ੍ਰਤੀਕ ਸਿਰਫ ਤਸਵੀਰਾਂ ਜਾਂ ਨਾਂ ਨਹੀਂ ਹਨ। ਇਹ 1 ਅਰਬ ਤੋਂ ਵੱਧ ਲੋਕਾਂ ਦੀ ਸਾਂਝੀ ਕਹਾਣੀ ਹੈ, ਸਾਂਝਾ ਮਾਣ ਹੈ। ਇਹ ਪੱਥਰ, ਪੌਦਿਆਂ, ਜਾਨਵਰਾਂ ਤੇ ਧੁਨਾਂ ਵਿੱਚ ਲਿਖੀ ਹੋਈ ਇੱਕ ਕਵਿਤਾ ਹੈ ਜੋ ਸਾਨੂੰ ਦੱਸਦੀ ਹੈ ਕਿ ਭਾਰਤੀ ਹੋਣ ਦਾ ਅਸਲ ਮਤਲਬ ਕੀ ਹੈ। ਤੇ ਜਾਂਦੇ-ਜਾਂਦੇ ਅਸੀਂ ਤੁਹਾਨੂੰ ਇਸ ਸਵਾਲ ਦੇ ਨਾਲ ਛੱਡਦੇ ਹਾਂ, ਇੱਕ ਤੇਜ਼ੀ ਨਾਲ ਬਦਲਦੇ ਭਾਰਤ ਵਿੱਚ ਤਕਨਾਲੋਜੀ, ਵਿਭਿੰਨਤਾ ਜਾਂ ਸ਼ਾਇਦ ਨਵੀਨਤਾ ਦਾ ਕਿਹੜਾ ਪ੍ਰਤੀਕ ਦੇਸ਼ ਦੀ ਅਗਲੀ ਕਹਾਣੀ ਦੱਸ ਸਕਦਾ ਹੈ? ਸੋਚਣ ਵਾਲੀ ਗੱਲ ਹੈ ਨਾ?